हाँ जी दोस्तों, स्वागत करते हैं ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਦੇ ਉੱਪਰ। ਤਾਂ ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੀਆਂ 2000 PTI ਦੀਆਂ ਵੈਕੈਂਸੀਜ਼ ਆ ਚੁੱਕੀਆਂ ਨੇ, ਤਾਂ ਉਹਦੇ ਨਾਲ ਰਿਲੇਟਡ ਜਿਹੜਾ ਸਿਲੇਬਸ ਹੈ ਕਾਫੀ ਸਾਰੇ ਇੰਸਟੀਚਿਊਟ ਵੀ ਸ਼ੁਰੂ ਕਰਵਾ ਚੁੱਕੇ ਨੇ। ਤਾਂ ਆਪਾਂ ਵੀ ਸਿਲੇਬਸ ਹੈ ਜਿਹੜਾ ਹੌਲੀ ਹੌਲੀ ਸ਼ੁਰੂ ਕਰਨ ਲੱਗੇ ਹਾਂ। ਤਾਂ ਬੇਸਿਕਲੀ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਆਲਰੇਡੀ ਆਪਣੇ ਚੈਨਲ ਦੇ ਉੱਪਰ ਪਈਆਂ ਨੇ, ਤਾਂ ਤੁਸੀਂ ਉਹ ਦੇਖ ਸਕਦੇ ਹੋ ਕਿ ਸਿਲੇਬਸ ਦੇ ਨਾਲ ਰਿਲੇਟਡ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓਜ਼ ਹੈਗੀਆਂ ਨੇ, ਤੁਸੀਂ ਉਹਨਾਂ ਦੀ ਹੈਲਪ ਲੈ ਕੇ ਨੋਟਸ ਤਿਆਰ ਕਰ ਸਕਦੇ ਹੋ। ਤੇ ਜਿਹੜੇ ਅਸੀਂ ਟੌਪਿਕ ਪਹਿਲਾਂ ਉਸ ਵੀਡੀਓਜ਼ ਦੇ ਵਿੱਚ ਕਵਰ ਨਹੀਂ ਕੀਤੇ ਹੋਏ, ਅਸੀਂ ਕੋਸ਼ਿਸ਼ ਕਰਾਂਗੇ ਪਹਿਲਾਂ ਉਹ ਟੌਪਿਕ ਕਰਵਾਉਣ ਦੀ, ਤੇ ਉਸ ਤੋਂ ਬਾਅਦ ਜਿਹੜੇ ਪਿਛਲੇ ਟੌਪਿਕ ਦੇ ਵਿੱਚ ਕੋਈ ਥੋੜੀ ਬਹੁਤ ਘਾਟ-ਵਾਧ ਰਹਿ ਗਈ ਸੀ ਜਾਂ ਮਿਸਕਨਸੈਪਸ਼ਨ ਹੈਗੀ ਹੈ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਉਹਨਾਂ ਟੌਪਿਕਸ ਦੀ। ਤਾਂ ਅੱਜ ਜਿਹੜਾ ਆਪਾਂ ਪਹਿਲਾ ਟੌਪਿਕ ਕਰਨ ਲੱਗੇ ਹਾਂ, ਫਸਟ ਟੌਪਿਕ ਸਾਡਾ ਹੈਗਾ ਜੀ ਗਲੈਂਡਸ, ਹਿਊਮਨ ਗਲੈਂਡਸ, ਕਿ ਕਿਹੜੀਆਂ ਗ੍ਰੰਥੀਆਂ ਨੇ ਜਿਹੜੀਆਂ ਉਹ ਮਨੁੱਖ ਦੇ ਵਿੱਚ ਪਾਈਆਂ ਜਾਂਦੀਆਂ ਨੇ। ਬੇਸਿਕਲੀ ਜਿਹੜੀ ਇੱਕ ਪਹਿਲਾਂ ਵਾਲੀ ਵੀਡੀਓ ਹੈਗੀ ਹੈ ਐਨਾਟਮੀ ਐਂਡ ਫਿਜ਼ੀਓਲੋਜੀ ਤੇ ਬਣਾਈ ਹੋਈ, ਜੇਕਰ ਤੁਸੀਂ ਉਹ ਦੇਖੋਗੇ ਤਾਂ ਉਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਸਾਡਾ ਜਿਹੜਾ ਸਰੀਰ ਹੈ, ਮਨੁੱਖੀ ਸਰੀਰ ਹੈ, ਬੇਸਿਕਲੀ ਇਹ 12 ਸਿਸਟਮ ਨੇ, ਜਿਹੜੇ 12 ਪ੍ਰਣਾਲੀਆਂ ਨੇ ਉਹਨਾਂ ਤੋਂ ਮਿਲ ਕੇ ਤਿਆਰ ਹੋਇਆ। ਜਿਵੇਂ ਰੈਸਪੀਰੇਟਰੀ ਸਿਸਟਮ ਜਿਹਨੂੰ ਸਾਹ ਪ੍ਰਣਾਲੀ ਕਹਿ ਦਿੰਦੇ ਆ, ਪਾਚਨ ਪ੍ਰਣਾਲੀ ਹੋ ਗਈ, ਸਾਡੀ ਪਿੰਜਰ ਪ੍ਰਣਾਲੀ ਹੋ ਗਈ, ਇਸੇ ਤਰ੍ਹਾਂ ਸਾਡੀ ਮਲ ਤਿਆਗ ਪ੍ਰਣਾਲੀ ਹੋ ਗਈ। ਇਸੇ ਤਰ੍ਹਾਂ ਇਹਨਾਂ ਸਾਰੀਆਂ ਪ੍ਰਣਾਲੀਆਂ ਦੇ ਵਿੱਚੋਂ ਇੱਕ ਪ੍ਰਣਾਲੀ ਹੈਗੀ ਹੈ ਜਿਹਨੂੰ ਅਸੀਂ ਸਿਰਫ ਐਂਡੋਕਰਾਈਨ ਦੇ ਨਾਮ ਨਾਲ ਜਾਣਦੇ ਹਾਂ, ਐਂਡੋਕਰਾਈਨ ਸਿਸਟਮ, ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਜੀ ਗ੍ਰੰਥੀ ਪ੍ਰਣਾਲੀ। ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਜੀ, ਗ੍ਰੰਥੀ ਪ੍ਰਣਾਲੀ। ਸਾਡੇ ਪੂਰੇ ਸਰੀਰ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਸਿਸਟਮ ਹੈਗਾ ਐਂਡੋਕਰਾਈਨ ਸਿਸਟਮ। ਇੰਗਲਿਸ਼ ਦੇ ਵਿੱਚ ਬੇਸਿਕਲੀ ਇਹਨੂੰ ਇਕੱਲਾ ਕੀ ਬੋਲਿਆ ਜਾਂਦਾ, ਐਂਡੋਕਰਾਈਨ ਸਿਸਟਮ। ਇਹਨੂੰ ਅੰਗਰੇਜ਼ੀ ਦੇ ਵਿੱਚ ਬੋਲਿਆ ਜਾਂਦਾ ਜੀ ਐਂਡੋਕਰਾਈਨ ਸਿਸਟਮ, ਯਾਨੀ ਕਿ ਗ੍ਰੰਥੀ ਪ੍ਰਣਾਲੀ। ਤਾਂ ਸਾਡਾ ਸਰੀਰ ਹੈ ਜਿਹੜਾ ਬੇਸਿਕਲੀ ਸਾਰਾ ਹੈਗਾ ਗ੍ਰੰਥੀਆਂ ਦੀ ਖੇਡ ਹੈ। ਗ੍ਰੰਥੀਆਂ ਨੇ ਜਿਹੜੀਆਂ ਉਹ ਕੁਝ ਰਸ ਨੇ ਜਿਹੜੇ ਜਿਹਨੂੰ ਅਸੀਂ ਅੰਗਰੇਜ਼ੀ 'ਚ ਹਾਰਮੋਨ ਕਹਿੰਦੇ ਆ, ਉਹ ਪੈਦਾ ਕਰਦੀਆਂ ਨੇ। ਸਾਡਾ ਖੁਸ਼ ਹੋਣਾ, ਸਾਡਾ ਰੋਣਾ, ਸਾਡਾ ਹੱਸਣਾ, ਤਾਂ ਹਰ ਇੱਕ ਚੀਜ਼ ਹੈ ਜਿਹੜੀ ਉਹ ਕੌਣ ਤੈਅ ਕਰਦਾ, ਸਾਡੇ ਹਾਰਮੋਨਸ ਤੈਅ ਕਰਦੇ ਨੇ। ਜਿਵੇਂ ਹੈਪੀ ਹਾਰਮੋਨਸ ਕਹਿ ਦਿੱਤਾ ਜਾਂਦਾ ਜੀ, ਡੋਪਾਮਾਈਨ ਨੂੰ ਕਹਿ ਦਿੱਤਾ ਜਾਂਦਾ, ਸੀਰੋਟੋਨਿਨ ਨੂੰ ਕਹਿ ਦਿੱਤਾ ਜਾਂਦਾ, ਕਿ ਜਦੋਂ ਇਹਨਾਂ ਦਾ ਬੈਲੈਂਸ ਹਾਰਮੋਨਸ ਦਾ ਸਾਡੇ ਬ੍ਰੇਨ ਦੇ ਵਿੱਚ ਸਹੀ ਹੁੰਦਾ ਤਾਂ ਅਸੀਂ ਖੁਸ਼ ਹੁੰਦੇ ਹਾਂ, ਤੇ ਜਦੋਂ ਇਹਨਾਂ ਦਾ ਬੈਲੈਂਸ ਹੈ ਜਿਹੜਾ ਇੰਬੈਲੈਂਸ ਹੋ ਜਾਂਦਾ, ਜਦੋਂ ਇਹ ਬੈਲੈਂਸ ਦੇ ਵਿੱਚ ਸੰਤੁਲਨ ਦੇ ਵਿੱਚ ਨਹੀਂ ਰਹਿੰਦੇ ਤਾਂ ਅਸੀਂ ਜਿਹੜੇ ਉਦਾਸ ਹੋ ਜਾਂਦੇ ਹਾਂ। ਤਾਂ ਬੇਸਿਕਲੀ ਤੁਹਾਡਾ ਜਿਹੜਾ ਸਰੀਰ ਹੈ ਉਹ ਅਸਲ ਦੇ ਵਿੱਚ ਚਲਾ ਕੌਣ ਰਿਹਾ, ਸਾਡੇ ਹਾਰਮੋਨਸ ਚਲਾ ਰਹੇ ਨੇ। ਸਾਡੀ ਜਿਹੜੀ ਕੈਮੀਕਲ ਰਿਐਕਸ਼ਨਸ ਹੈਗੀਆਂ ਨੇ, ਜਿਹੜੀਆਂ ਸਾਡੀ ਕੈਮਿਸਟਰੀ ਹੈਗੀ ਹੈ ਬੋਡੀ ਦੀ, ਉਹੀ ਡਿਫਾਈਨ ਕਰਦੀ ਹੈ ਕਿ ਸਾਡੇ ਐਕਸ਼ਨਸ ਕੀ ਹੋਣਗੇ। ਤਾਂ ਅੱਜ ਜਿਹੜਾ ਅਸੀਂ ਨੇ ਟੌਪਿਕ ਪੜ੍ਹਨਾ ਜੀ ਉਹ ਹੈਗਾ ਐਂਡੋਕਰਾਈਨ ਸਿਸਟਮ ਦੇ ਨਾਮ ਨਾਲ ਜਾਣਦੇ ਹਾਂ। ਬੇਸਿਕਲੀ ਹਿਊਮਨ ਬੋਡੀ ਦੀਆਂ ਗਲੈਂਡਸ ਕਿਹੜੀਆਂ ਗ੍ਰੰਥੀਆਂ ਪਾਈਆਂ ਜਾਂਦੀਆਂ ਨੇ, ਕਿੱਥੇ ਪਾਈਆਂ ਜਾਂਦੀਆਂ ਨੇ, ਤੇ ਕੀ ਕੰਮ ਹੈਗਾ। ਪੰਜਾਬੀ 'ਚ ਇਹਨੂੰ ਅਸੀਂ ਕੀ ਕਹਿੰਦੇ ਹਾਂ ਜੀ, ਗ੍ਰੰਥੀ ਪ੍ਰਣਾਲੀ। ਜਿਹਨੂੰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਜੀ ਤਾਂ ਅਸੀਂ ਗ੍ਰੰਥੀ ਪ੍ਰਣਾਲੀ ਨੂੰ 3 ਭਾਗਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਭਾਗ ਜਿਹੜਾ ਹੈਗਾ ਜੀ ਉਹ ਹੈਗਾ ਐਂਡੋਕਰਾਈਨ। ਸਾਡਾ ਜਿਹੜਾ ਪਹਿਲਾ ਭਾਗ ਹੈ ਜੀ, ਫਸਟ ਭਾਗ ਸਾਡਾ ਹੈਗਾ ਐਂਡੋਕਰਾਈਨ। ਸੈਕਿੰਡ ਭਾਗ ਜਿਹੜਾ ਸਾਡਾ ਜੀ ਉਹ ਹੈਗਾ ਐਕਸੋਕਰਾਈਨ। ਸੈਕਿੰਡ ਭਾਗ ਸਾਡਾ ਹੈਗਾ ਜੀ ਐਕਸੋਕਰਾਈਨ। ਥਰਡ ਭਾਗ ਜਿਹੜਾ ਸਾਡਾ ਹੈ ਉਹ ਹੈਗਾ, ਇਹਨਾਂ ਦੋਨੋਂ ਨੂੰ ਮਿਕਸ ਕਰ ਸਕਦੇ ਹਾਂ, ਦੋਨੋਂ ਨੂੰ ਪਲੱਸ ਕਰ ਸਕਦੇ ਹਾਂ, ਇਹਨੂੰ ਅਸੀਂ ਕਹਿ ਸਕਦੇ ਹਾਂ ਜੀ ਐਂਡੋ ਐਕਸੋਕਰਾਈਨ। ਤਾਂ ਜੇਕਰ ਅਸੀਂ ਡਿਵਾਈਡੇਸ਼ਨ ਕਰਨੀ ਹੋਵੇ ਸਾਡੇ ਸਰੀਰ ਦੇ ਵਿੱਚ, ਕਿ ਸਾਡੇ ਸਰੀਰ ਦੀਆਂ ਜਿਹੜੀਆਂ ਗ੍ਰੰਥੀਆਂ ਨੇ, ਸਾਡੇ ਸਰੀਰ ਦੀਆਂ ਗ੍ਰੰਥੀਆਂ ਦੇ ਆਧਾਰ ਤੇ ਅਸੀਂ ਜਾਂ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਇਹਨੂੰ ਕਿੰਨੇ ਭਾਗਾਂ 'ਚ ਵੰਡ ਸਕਦੇ ਹਾਂ, ਤਾਂ ਇਹ 3 ਭਾਗ ਨੇ ਜੀ, ਐਂਡੋ, ਐਕਸੋ, ਤੇ ਇੱਕ ਇਹਨਾਂ ਦਾ ਕੰਬੀਨੇਸ਼ਨ ਹੈਗਾ ਜਾਂ ਅਸੀਂ ਮਿਕਸ ਗਲੈਂਡ ਬੋਲ ਦਿੰਦੇ ਹਾਂ। ਤਾਂ ਹੁਣ ਅੱਗੇ ਅਸੀਂ ਦੇਖਾਂਗੇ ਕਿ ਇਹਨਾਂ ਤਿੰਨਾਂ ਦੇ ਵਿੱਚ ਡਿਫਰੈਂਸ ਬੇਸਿਕਲੀ ਕੀ ਹੈਗਾ ਹੈ, ਇਹਨਾਂ ਨੂੰ ਤਿੰਨਾਂ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਅਸੀਂ ਨੇ ਕਿਉਂ ਰੱਖਿਆ। ਤਾਂ ਸਭ ਤੋਂ ਪਹਿਲੀ ਕੈਟਾਗਰੀ ਸਾਡੇ ਕੋਲ ਹੈਗੀ ਹੈ ਜੀ ਐਂਡੋਕਰਾਈਨ ਦੀ। ਐਂਡੋਕਰਾਈਨ ਦਾ ਮਤਲਬ ਕੀ ਹੈ ਕਿ ਕੋਈ ਚੀਜ਼ ਸਾਡੇ ਅੰਦਰ ਕੀ ਹੋ ਰਹੀ ਹੈ, ਸੀਕ੍ਰੇਟ ਹੋ ਰਹੀ ਹੈ, ਪਰ ਇਹਨਾਂ ਨੂੰ ਬੋਲਿਆ ਜਾਂਦਾ ਜਿਹੜੀਆਂ ਸਾਡੀਆਂ ਐਂਡੋਕਰਾਈਨ ਹੈਗੀਆਂ ਨੇ, ਇਹ ਸਾਡੇ ਅੰਦਰ ਸੀਕ੍ਰੇਟ ਕੀ ਕਰਦੀਆਂ ਨੇ, ਹਾਰਮੋਨਸ। ਆਪਾਂ ਪਹਿਲੇ ਗੱਲ ਕਰਕੇ ਹਟੇ ਹਾਂ ਕਿ ਜਿਹੜੀਆਂ ਗ੍ਰੰਥੀਆਂ ਨੇ ਸਾਡੇ ਅੰਦਰ ਇਹ ਇੱਕ ਰਸ ਪੈਦਾ ਕਰਦੀਆਂ ਨੇ, ਪੰਜਾਬੀ 'ਚ ਰਸ ਕਹਿ ਦਿੰਦੇ ਹਾਂ, ਤੇ ਅੰਗਰੇਜ਼ੀ 'ਚ ਉਸ ਰਸ ਨੂੰ ਅਸੀਂ ਕੀ ਕਹਿੰਦੇ ਹਾਂ, ਹਾਰਮੋਨਸ।
ਤਾਂ ਐਂਡੋਕਰਾਈਨ ਸਿਸਟਮ ਹੈ ਜਿਹੜਾ, ਇਹ ਸਾਡੇ ਅੰਦਰ ਕੀ ਪੈਦਾ ਕਰਦਾ ਹੈ ਜੀ, ਇਹ ਸਾਡੇ ਅੰਦਰ ਹਾਰਮੋਨ ਦੀ ਸੀਕ੍ਰੇਸ਼ਨ ਕਰਦਾ ਹੈ, ਗ੍ਰੰਥੀਆਂ ਦੇ ਵਿੱਚੋਂ ਰਸ ਹੈ ਜਿਹੜਾ ਉਹ ਨਿਕਲਦਾ ਹੈ। ਹੁਣ ਜੇਕਰ ਦੂਜੇ ਪਾਸੇ ਅਸੀਂ ਗੱਲ ਕਰੀਏ ਜੀ ਐਕਸੋਕਰਾਈਨ ਦੀ, ਤਾਂ ਜਿਹੜਾ ਐਕਸੋਕਰਾਈਨ ਹੈ ਇਹਦੇ ਵਿੱਚੋਂ ਜਿਹੜੇ ਪ੍ਰੋਡਕਟ ਨਿਕਲਦੇ ਨੇ ਉਹ ਹੁੰਦੇ ਨੇ ਨਾਨ ਹਾਰਮੋਨ। ਜਿਹੜੇ ਇੱਥੋਂ ਪ੍ਰੋਡਕਟ ਨਿਕਲਦੇ ਨੇ ਉਹ ਕਿਹੜੇ ਹੁੰਦੇ ਨੇ ਜੀ, ਉਹ ਹੁੰਦੇ ਨੇ ਨਾਨ ਹਾਰਮੋਨ। ਫੋਰ ਐਗਜ਼ਾਮਪਲ ਸਾਡੇ ਸਰੀਰ ਦੇ ਵਿੱਚ ਐਂਜ਼ਾਈਮਸ ਨਿਕਲਦੇ ਨੇ, ਇੱਕ ਹਾਰਮੋਨ ਨੇ ਇੱਕ ਐਂਜ਼ਾਈਮਸ ਨੇ, ਦੋਨਾਂ ਦੇ ਵਿੱਚ ਡਿਫਰੈਂਸ ਵੀ ਦੇਖ ਲੈਂਦੇ ਆ। ਹਾਰਮੋਨਸ ਬੇਸਿਕਲੀ ਕੀ ਨੇ, ਸਾਡੇ ਸਰੀਰ ਦੇ ਵਿੱਚ ਕੈਮੀਕਲ ਮੈਸੇਂਜਰ, ਇੱਕ ਰਸਾਇਣਿਕ ਸੁਨੇਹਾ ਦੇਣ ਵਾਲਾ ਜਿਹੜਾ ਇਹ ਲਿਕੁਇਡ ਹੈਗਾ, ਜਿਹੜਾ ਸਾਡੇ ਸਰੀਰ ਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਹੈ ਪਲੱਸ ਕੋਆਰਡੀਨੇਟ ਕਰਦਾ ਹੈ। ਹਾਰਮੋਨਸ ਕੀ ਨੇ, ਕੈਮੀਕਲ ਮੈਸੇਂਜਰ, ਰਸਾਇਣਿਕ ਸੁਨੇਹਾ ਦੇਣ ਵਾਲੇ ਜਿਹੜੇ ਦਰਵ ਹੈਗੇ ਨੇ, ਸਾਡੇ ਸਰੀਰ ਦਾ ਜਿਹੜਾ ਸੁਨੇਹਾ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਤੱਕ ਲੈ ਕੇ ਜਾਂਦੇ ਨੇ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਹਾਰਮੋਨ। ਇਹ ਸਾਡੇ ਸਰੀਰ ਦੇ ਵਿੱਚ ਤਾਲਮੇਲ ਦਾ ਕੰਮ ਕਰਦੇ ਨੇ ਤੇ ਪਲੱਸ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਨੇ। ਦੂਜੇ ਪਾਸੇ ਜਿਹੜਾ ਐਕਸੋਕਰਾਈਨ ਹੈ ਜਿਹੜੀ ਉਹ ਪ੍ਰੋਡਿਊਸ ਕਰਦਾ, ਉਹ ਕੀ ਪ੍ਰੋਡਿਊਸ ਕਰਦਾ ਜੀ, ਨਾਨ ਹਾਰਮੋਨ ਪ੍ਰੋਡਕਟ ਨੇ ਜਿਹੜੇ ਹੈ ਨਾ, ਨਾਨ ਹਾਰਮੋਨ ਪ੍ਰੋਡਕਟ ਪ੍ਰੋਡਿਊਸ ਕੀਤੇ ਜਾਂਦੇ ਨੇ ਉਹਦੇ ਦੁਆਰਾ। ਤਾਂ ਇਹਦੇ ਵਿੱਚ ਬੇਸਿਕਲੀ ਐਂਜ਼ਾਈਮ ਆ ਜਾਂਦਾ ਹੈ, ਸਾਡਾ ਮਿਊਕਸ ਕਹਿ ਸਕਦੇ ਹਾਂ, ਮਿਊਕਸ ਦੇ ਵਿੱਚ ਵੀ ਬੇਸਿਕਲੀ ਸਾਡੇ ਐਂਜ਼ਾਈਮਸ ਹੀ ਹੁੰਦੇ ਨੇ। ਸਾਡਾ ਸਵੈਟ ਹੋ ਗਿਆ, ਜਿਹੜਾ ਮੁੜਕਾ ਸਾਡਾ ਉਹ ਹੋ ਗਿਆ, ਇਹ ਕਿਹਦੇ ਦੁਆਰਾ ਕੀਤਾ ਜਾਂਦਾ, ਐਕਸੋਕਰਾਈਨ ਸਿਸਟਮ ਦੇ ਵਿੱਚ। ਹੁਣ ਐਂਜ਼ਾਈਮਸ ਕੀ ਨੇ, ਐਂਜ਼ਾਈਮ ਨੇ ਜਿਹੜੇ, ਐਂਜ਼ਾਈਮ ਵੀ ਅਸਲ ਦੇ ਵਿੱਚ ਕੀ ਹੈ, ਐਂਜ਼ਾਈਮ ਵੀ ਹੈਗੇ ਰਸਾਇਣਿਕ ਪਦਾਰਥ ਹੀ ਨੇ, ਪਰ ਇਹਨਾਂ ਦੀ ਵਰਤੋਂ ਕਾਹਦੇ ਵਿੱਚ ਕੀਤੀ ਜਾਂਦੀ ਹੈ, ਇਹਨਾਂ ਦੀ ਵਰਤੋਂ ਕੈਮੀਕਲ ਰਿਐਕਸ਼ਨਸ ਨੂੰ ਤੇਜ਼ ਕਰਨ ਦੇ ਲਈ ਕੀਤੀ ਜਾਂਦੀ ਹੈ। ਜਦੋਂ ਸਾਡੇ ਸਰੀਰ ਦੇ ਵਿੱਚ ਕੋਈ ਵੀ ਕੈਮੀਕਲ ਰਿਐਕਸ਼ਨ ਹੋਣੀ ਹੁੰਦੀ ਹੈ, ਜਦੋਂ ਅਸੀਂ ਇਹਨੂੰ ਫਾਸਟ ਕਰਨਾ, ਤੇਜ਼ ਕਰਨਾ, ਉਦੋਂ ਸਾਨੂੰ ਕਿਹਦੀ ਸਹਾਇਤਾ ਲੈਣੀ ਪੈਂਦੀ ਹੈ, ਐਂਜ਼ਾਈਮਸ ਦੀ। ਫੋਰ ਐਗਜ਼ਾਮਪਲ ਲਿਪਾਸ ਤੁਸੀਂ ਪੜ੍ਹਿਆ ਹੋਵੇਗਾ, ਜਿਨ੍ਹਾਂ ਦੇ ਪਿੱਛੇ ਏਸ ਪੈਂਦਾ, ਬੇਸਿਕਲੀ ਐਂਜ਼ਾਈਮ ਹੁੰਦੇ ਨੇ ਨਾ, ਲਿਪਾਸ ਹੋ ਗਿਆ, ਐਮੀਲਾਈਜ਼ ਹੋ ਗਿਆ ਨਾ, ਸਾਡੇ ਮਿਊਕਸ ਦੇ ਵਿੱਚ ਐਮੀਲਾਈਜ਼ ਹੁੰਦਾ। ਤਾਂ ਉਹ ਕੀ ਕਰ ਰਹੇ ਨੇ, ਬੇਸਿਕਲੀ ਜਿਹੜਾ ਵੀ ਚੀਜ਼ ਤੁਸੀਂ ਖਾ ਰਹੇ ਹੋ ਉਹਨਾਂ ਦੇ ਉੱਪਰ ਜਿਹੜੀਆਂ ਕੈਮੀਕਲ ਰਿਐਕਸ਼ਨਸ ਹੋਣੀਆਂ ਨੇ ਉਹਨਾਂ ਨੂੰ ਫਾਸਟ ਕਰਨ ਦਾ ਕੰਮ ਕਰਦੇ ਨੇ। ਤਾਂ ਐਂਜ਼ਾਈਮ ਦਾ ਕੰਮ ਇਕੱਲਾ ਕੀ ਹੈਗਾ, ਰਸਾਇਣਿਕ ਕਿਰਿਆਵਾਂ ਨੂੰ ਤੇਜ਼ ਕਰਨਾ। ਹਾਰਮੋਨ ਦਾ ਕੰਮ ਕੀ ਹੈਗਾ ਜੀ, ਹਾਰਮੋਨ ਦਾ ਕੰਮ ਹੈਗਾ ਸਾਡੇ ਸਰੀਰ ਦੇ ਵਿੱਚ ਤਾਲਮੇਲ ਪੈਦਾ ਕਰਨਾ ਅਤੇ ਸਾਡੇ ਸਰੀਰ ਦੀਆਂ ਕਿਰਿਆਵਾਂ ਨੂੰ ਕੰਟਰੋਲ ਕਰਨਾ। ਤਾਂ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ ਪਰ ਹੈਗੀ ਦੋਨੋਂ ਕੀ ਨੇ, ਕੈਮੀਕਲਸ ਹੀ ਨੇ। ਹੁਣ ਤੀਜਾ ਸਾਡੇ ਕੋਲ ਆ ਗਿਆ ਜੀ ਇਹਨਾਂ ਦੋਨਾਂ ਦਾ ਮਿਕਸ, ਯਾਨੀ ਕਿ ਐਂਡੋ ਐਂਡ ਐਕਸੋਕਰਾਈਨ। ਤਾਂ ਇਹਦਾ ਮਤਲਬ ਕੀ ਹੈ, ਇਹ ਦੋਨੋਂ ਤਰ੍ਹਾਂ ਦੇ ਪ੍ਰੋਡਕਟ ਪੈਦਾ ਕਰੂਗਾ, ਇਹ ਦੋਨੋਂ ਤਰ੍ਹਾਂ ਦੇ ਪ੍ਰੋਡਕਟ ਪੈਦਾ ਕਰੇਗਾ, ਹਾਰਮੋਨ ਵੀ ਤੇ ਨਾਨ ਹਾਰਮੋਨ ਵੀ। ਇਹਦੀ ਐਗਜ਼ਾਮਪਲ ਹੈ ਜਿਹੜੀ ਅਸੀਂ ਉਹ ਬਾਅਦ ਦੇ ਵਿੱਚ ਲਵਾਂਗੇ। ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਜੀ ਐਂਡੋਕਰਾਈਨ ਸਿਸਟਮ ਹੈ ਜਿਹੜਾ, ਇਹਨਾਂ ਦੇ ਵਿੱਚ ਇੱਕ ਬੇਸਿਕਲੀ ਵੱਡਾ ਡਿਫਰੈਂਸ ਜਿਹੜਾ ਹੈਗਾ ਉਹ ਹੈਗਾ ਜੀ ਕਿ ਜਿਹੜਾ ਐਂਡੋਕਰਾਈਨ ਸਿਸਟਮ ਹੈਗਾ ਇਹ ਹੁੰਦਾ ਡਕਟਲੈਸ। ਡਕਟਲੈਸ ਦਾ ਮਤਲਬ ਹੈਗਾ ਜੀ ਨਲੀ ਰਹਿਤ, ਜਿਹਨੂੰ ਅਸੀਂ ਪਾਈਪ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ, ਰਹਿਤ ਹੈ। ਯਾਨੀ ਕਿ ਕੋਈ ਇੱਕ ਗਲੈਂਡ ਹੈ ਇੱਥੇ, ਇਹਨੇ ਕਿਸੇ ਟਾਰਗੇਟ ਏਰੀਆ ਯਾਨੀ ਕਿ ਕੋਈ ਅੰਗ ਹੈ ਜਿਹਦੇ ਤੱਕ ਇਹਨੇ ਕੋਈ ਆਪਣਾ ਰਸ ਹੈ ਜਿਹੜਾ ਉਹ ਛੱਡਣਾ ਹੈ। ਤਾਂ ਇਹ ਰਸ ਛੱਡਣ ਦੇ ਲਈ ਇਹਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਪਾਈਪ ਹੈ ਜਿਹੜੀ ਉਹ ਨਹੀਂ ਹੁੰਦੀ। ਦੂਜੇ ਪਾਸੇ ਜਿਹੜਾ ਐਕਸੋਕਰਾਈਨ ਹੈ ਤਾਂ ਇਹਦੇ ਵਿੱਚ ਇਹਨੂੰ ਬੋਲਿਆ ਜਾਂਦਾ ਡਕਟ ਗਲੈਂਡਸ। ਡਕਟ ਗਲੈਂਡਸ ਦੇ ਵਿੱਚ ਕੀ ਹੁੰਦਾ ਹੈ, ਇੱਥੇ ਸਾਡੇ ਕੋਲੇ ਜਿਹੜੀ ਗਲੈਂਡ ਹੈਗੀ ਹੈ G4 ਗਲੈਂਡ, ਇਹਦੇ ਰਾਹੀਂ ਇੱਕ ਪਾਈਪ ਲੱਗੀ ਹੁੰਦੀ ਹੈ, ਜਿਹੜਾ ਟਾਰਗੇਟ ਅੰਗ ਹੁੰਦਾ ਉਹਦੇ ਤੱਕ ਜਿਹੜਾ ਇਹਨੇ ਦਰਵ ਪਹੁੰਚਾਉਣਾ ਉਹ ਕਾਹਦੇ ਰਾਹੀਂ ਪਹੁੰਚਾਊਗੀ, ਪਾਈਪ ਦੇ ਰਾਹੀਂ। ਤਾਂ ਇਹਨਾਂ ਦੋਨਾਂ ਦੇ ਵਿੱਚ ਬੇਸਿਕਲੀ ਵੱਡਾ ਡਿਫਰੈਂਸ ਕੀ ਹੈ ਕਿ ਜਿਹੜਾ ਇਹ ਐਂਡੋਕਰਾਈਨ ਸਿਸਟਮ ਹੈ ਇਹ ਹੈਗਾ ਡਕਟਲੈਸ, ਯਾਨੀ ਕਿ ਨਲੀ ਜਾਂ ਪਾਈਪ ਰਹਿਤ ਇੱਕ ਸਿਸਟਮ ਹੈਗਾ। ਪਰ ਜਿਹੜਾ ਐਕਸੋਕਰਾਈਨ ਹੈਗਾ ਐਕਸੋਕਰਾਈਨ ਸਾਡਾ ਹੈਗਾ ਇੱਕ ਪਾਈਪ ਦੇ ਨਾਲ ਜੁੜਿਆ ਹੋਇਆ ਸਿਸਟਮ। ਤਾਂ ਜਦੋਂ ਅਸੀਂ ਜਿਹੜੇ ਸਾਡੇ ਬੋਡੀ ਦੇ ਪਦਾਰਥ ਹੈਗੇ ਨੇ
ਜਿਹੜੇ ਸਾਡੀ ਬਾਡੀ ਦੇ ਪਦਾਰਥ ਹੈਗੇ ਨੇ ਜਦੋਂ ਉਹ ਪਾਈਪ ਦੇ ਰਾਹੀਂ ਆਪਣੇ ਦਰਵ ਨੇ ਜਿਹੜੇ ਉਹ ਟਾਰਗੇਟਡ ਏਰੀਆ ਤੱਕ ਅੰਗ ਤੱਕ ਛੱਡਦੇ ਨੇ, ਉਹਨੂੰ ਅਸੀਂ ਕੀ ਕਹਿ ਦਿੰਦੇ ਆ, ਡਕਟ ਗਲੈਂਡਸ। ਤਾਂ ਦੋ ਤਰ੍ਹਾਂ ਦੇ ਹੋਗੇ ਸਾਡੇ ਕੋਲ, ਇੱਕ ਹੋਗੇ ਡਕਟ ਲੈਸ, ਇੱਕ ਜਿਨ੍ਹਾਂ ਦੇ ਵਿੱਚ ਪਾਈਪ ਹੈ ਜਿਹੜੀ ਉਹ ਨਹੀਂ ਲੱਗੀ ਹੁੰਦੀ, ਦੂਸਰਾ ਜਿਹੜੇ ਪਾਈਪ ਦੇ ਰਾਹੀਂ ਆਪਣੇ ਟਾਰਗੇਟਡ ਅੰਗ ਤੱਕ ਪਹੁੰਚਾਉਂਦੇ ਨੇ। ਹੁਣ ਜਿਹੜਾ ਐਂਡੋ ਐਂਡ ਐਕਸੋਕਰਾਈਨ ਹੈਗਾ, ਐਂਡੋ ਐਂਡ ਐਕਸੋਕਰਾਈਨ ਜਿਹੜਾ ਕੰਮ ਕਰਦਾ ਇਹ ਦੁਬਾਰਾ ਫਿਰ ਦੋਨੇ ਤਰ੍ਹਾਂ ਦੇ ਕੰਮ ਕਰਦਾ। ਤਾਂ ਇਹਦੇ ਵਿੱਚ ਇਹ ਆਪਣਾ ਜਿਹੜਾ ਕੰਮ ਕਰਨਾ ਇਹਨਾਂ ਨੇ ਇਹ ਡਕਟ ਲੈਸ ਦੇ ਤੌਰ ਤੇ ਵੀ ਕਰਨਾ ਤੇ ਡਕਟ ਦੇ ਤੌਰ ਤੇ ਵੀ ਕਰਨਾ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਜੇਕਰ ਇਹਨਾਂ ਕੋਲ ਨਾਲੀ ਜਾਂ ਪਾਈਪ ਨਹੀਂ ਹੈਗੀ ਤਾਂ ਇਹ ਆਪਣਾ ਸੁਨੇਹਾ ਆਪਣੇ ਅੰਗ ਤੱਕ ਕਿਸ ਤਰ੍ਹਾਂ ਪਹੁੰਚਾਉਣਗੇ। ਤਾਂ ਇੱਥੇ ਕੀ ਕਰਦੇ ਨੇ ਇਹ, ਡਾਇਰੈਕਟਲੀ ਔਰ ਇਨ ਬਲੱਡ। ਤਾਂ ਡਕਟਲੈਸ ਜਿਹੜੀਆਂ ਗਲੈਂਡਸ ਹੈਗੀਆਂ ਨੇ, ਜਿਹੜੀਆਂ ਪਾਈਪ ਰਹਿਤ ਗਲੈਂਡਸ ਹੈਗੀਆਂ ਨੇ, ਇਹ ਕੀ ਕਰਦੀਆਂ ਨੇ, ਇਹਨਾਂ ਨੇ ਜਿਹੜਾ ਵੀ ਸੁਨੇਹਾ ਆਪਣੇ ਕਿਸੇ ਅੰਗ ਤੱਕ ਪਹੁੰਚਾਉਣਾ ਹੁੰਦਾ ਤਾਂ ਇਹ ਆਪਣਾ ਰਸ ਸਿੱਧਾ ਹੀ ਸਾਡੇ ਖੂਨ ਦੇ ਵਿੱਚ ਛੱਡ ਦਿੰਦੀਆਂ ਨੇ। ਫਿਰ ਖੂਨ ਹੈ ਜਿਹੜਾ ਸਾਡਾ ਸਾਡੀਆਂ ਕੈਪਿਲਰੀਜ਼ ਦੇ ਰਾਹੀਂ, ਸਾਡੀਆਂ ਕੋਸ਼ਿਕਾਵਾਂ ਦੇ ਰਾਹੀਂ ਉਸ ਅੰਗ ਤੱਕ ਪਹੁੰਚਦਾ ਹੈ ਤੇ ਫਿਰ ਜਿਹੜਾ ਉਹਦੇ ਵਿੱਚੋਂ ਮੈਸੇਜ ਛੱਡਿਆ ਹੁੰਦਾ ਉਹ ਅੰਗ ਹੈ ਜਿਹੜਾ ਰਿਸੀਵ ਕਰ ਲੈਂਦਾ। ਪਰ ਇਧਰਲੇ ਸਾਈਡ ਤੇ ਕੀ ਸੀਗੀ ਕਿ ਖੂਨ ਦੀ ਲੋੜ ਸਾਨੂੰ ਨਹੀਂ ਪੈ ਰਹੀ ਸੀ। ਇਧਰ ਜਿਹੜਾ ਬਲੱਡ ਹੈ, ਬਲੱਡ ਯੂਜ਼ ਨਹੀਂ ਹੋ ਰਿਹਾ ਹੈ ਨਾ, ਬਲੱਡ ਯੂਜ਼ ਨਹੀਂ ਹੋ ਰਿਹਾ, ਸਾਡਾ ਖੂਨ ਹੈ ਜਿਹੜਾ ਯੂਜ਼ ਨਹੀਂ ਹੋ ਰਿਹਾ। ਇੱਕ ਪਾਈਪ ਲੱਗੀ ਹੋਈ ਹੈ, ਸਾਡੀ ਗਲੈਂਡ ਤੋਂ ਪਾਈਪ ਸਿੱਧੀ ਕਿੱਥੇ ਜਾ ਰਹੀ ਹੈ, ਸਾਡੇ ਅੰਗ ਤੱਕ। ਪਰ ਇੱਧਰ ਕੀ ਸੀਗਾ, ਇੱਧਰ ਵਿਚਾਲੇ ਕੌਣ ਆ ਗਿਆ, ਸਾਡਾ ਬਲੱਡ ਆ ਗਿਆ। ਸਾਡੇ ਬਲੱਡ ਹੈ ਜਿਹੜਾ ਉਸ ਅੰਗ ਤੱਕ ਲੈ ਕੇ ਜਾ ਰਿਹਾ, ਕਿਸੇ ਤਰ੍ਹਾਂ ਦੀ ਕੋਈ ਪਾਈਪ ਨਹੀਂ, ਜਸਟ ਸਿੱਧਾ ਬਲੱਡ ਸਾਡੀ ਬੋਡੀ ਦੇ ਵਿੱਚ ਸਰਕੂਲੇਟ ਕਰ ਰਿਹਾ ਹੈ। ਤਾਂ ਜਿੱਥੇ ਵੀ ਕਿਸੇ, ਜੇਕਰ ਮੇਰੇ ਹੱਥ ਨੂੰ ਕਹਿਣਾ ਕਿ ਇਹਨੂੰ ਹਿਲਾਉਣਾ ਮੈਂ, ਤਾਂ ਮੇਰੇ ਬ੍ਰੇਨ ਤੋਂ ਇੱਕ ਮੈਸੇਜ ਆਊਗਾ, ਕੋਈ ਹਾਰਮੋਨ ਰਿਲੀਜ਼ ਹੋਊਗਾ। ਤਾਂ ਇਹਦੇ ਤੱਕ ਜਾਣ ਵਾਸਤੇ ਕਿਸੇ ਡਕਟ ਦੀ ਲੋੜ ਨਹੀਂ, ਕਿਸੇ ਪਾਈਪ ਦੀ ਲੋੜ ਨਹੀਂ ਹੈਗੀ, ਤਾਂ ਬਲੱਡ ਦੇ ਰਾਹੀਂ ਹੀ ਮੈਸੇਜ ਜਿਹੜਾ ਉੱਥੇ ਤੱਕ ਪਹੁੰਚੂਗਾ। ਪਰ ਜਿਵੇਂ ਸਾਡੇ ਲੀਵਰ ਹੈ, ਜਿਹੜਾ ਲੀਵਰ ਪਿੱਤੇ ਨਾਲ ਜੁੜਿਆ ਹੁੰਦਾ, ਤਾਂ ਲੀਵਰ ਦੇ ਵਿੱਚੋਂ ਪਿੱਤੇ ਤੱਕ ਜਿਹੜਾ ਸਾਡਾ ਰਸ ਜਾ ਰਿਹਾ ਜਾਂ ਪਿੱਤੇ ਤੋਂ ਸਾਡੀਆਂ ਇੰਟੈਸਟਾਈਨ ਤੱਕ ਜਿਹੜਾ ਰਸ ਆ ਰਿਹਾ, ਤਾਂ ਇੱਕ ਪਾਈਪ ਲੱਗੀ ਹੁੰਦੀ ਹੈ, ਪਾਈਪ ਦੇ ਰਾਹੀਂ ਉਹਨਾਂ ਤੱਕ ਪਹੁੰਚਦਾ। ਤਾਂ ਦੋਨਾਂ ਦੇ ਵਿੱਚ ਇੰਨਾ ਕੁ ਡਿਫਰੈਂਸ ਹੈ ਕਿ ਇਹ ਖੂਨ ਦੇ ਰਾਹੀਂ ਆਪਣਾ ਸੁਨੇਹਾ ਪਹੁੰਚਾਉਂਦੇ ਨੇ ਤੇ ਇਹ ਖੂਨ ਤੋਂ ਬਿਨਾਂ ਡਾਇਰੈਕਟਲੀ ਪਾਈਪ ਦੇ ਰਾਹੀਂ। ਤੇ ਇੱਧਰ ਦੋਨੇ ਤਰੀਕੇ ਆ ਗਏ ਫਿਰ, ਕਿਉਂਕਿ ਇੱਧਰ ਸਿਰਫ ਇੱਕ ਗਲੈਂਡ ਫੋਲ ਕਰਦੀ ਹੈ, ਪੈਨਕ੍ਰੀਆਸ। ਪੈਨਕ੍ਰੀਆਸ ਆ ਜਿਹੜੀ ਸਾਡੀ, ਉਹ ਦੋਨੇ ਤਰ੍ਹਾਂ ਦੇ ਕੰਮ ਕਰ ਲੈਂਦੀ ਹੈ। ਉਹ ਡਕਟਲੈਸ ਵੀ ਹੈ ਤੇ ਡਕਟ ਗਲੈਂਡ ਵੀ ਹੈ। ਤਾਂ ਉਹ ਖੂਨ ਦੇ ਰਾਹੀਂ ਵੀ ਸੁਨੇਹਾ ਪਹੁੰਚਾ ਸਕਦੀ ਹੈ ਤੇ ਆਪਣੀਆਂ ਜਿਹੜੀਆਂ ਪਾਈਪਾਂ ਹੁੰਦੀਆਂ ਨੇ ਉਹਨਾਂ ਦੇ ਰਾਹੀਂ ਵੀ ਆਪਣਾ ਸੁਨੇਹਾ ਜਿਹੜਾ ਉਹ ਪਹੁੰਚਾ ਸਕਦੇ ਹੈ। ਅਗਲਾ ਪੁਆਇੰਟ ਵੀ ਨੋਟ ਕਰਨ ਵਾਲਾ ਹੈ, ਇੰਪੋਰਟੈਂਟ ਪੁਆਇੰਟ ਹੈਗਾ ਜੀ। ਅਗਲਾ ਪੁਆਇੰਟ ਕੀ ਹੈ ਕਿ ਕੰਸੈਂਟਰੇਸ਼ਨ ਵੈਰੀਜ਼। ਜੇਕਰ ਸਾਡੇ ਖੂਨ ਦੇ ਵਿੱਚ ਹਾਰਮੋਨ ਦੀ ਮਾਤਰਾ ਵੱਧ ਜਾਂ ਘਟ ਜਾਵੇ ਤਾਂ ਸਾਡੇ ਸਰੀਰ ਨੂੰ ਡਿਸਆਰਡਰ ਹੋ ਸਕਦਾ ਤੇ ਡਿਸੀਜ਼ ਹੋ ਸਕਦੀ ਹੈ। ਤੁਸੀਂ ਦੇਖਿਆ ਹੋਊਗਾ ਕਈ ਵਾਰ ਕਿ ਕਿਸੇ ਦਾ ਗਲਾ ਜਿਹੜਾ ਉਹ ਸੁੱਜ ਜਾਂਦਾ, ਤਾਂ ਥਾਇਰਾਇਡ ਗਲੈਂਡ ਹੈਗੀ ਹੈ ਜਿਹੜੀ, ਉਹ ਗਲੈਂਡ ਦੇ ਵਿੱਚ ਜਦੋਂ ਰਸ ਹੈ ਜਿਹੜਾ ਹਾਰਮੋਨ ਜ਼ਿਆਦਾ ਬਣਨ ਲੱਗ ਜਾਂਦੇ ਨੇ ਤਾਂ ਉਹਦਾ ਸਾਈਜ਼ ਹੈ ਜਿਹੜਾ ਇੱਥੋਂ ਵੱਡਾ ਹੋ ਜਾਂਦਾ, ਜਿਹਨੂੰ ਅਸੀਂ ਗਲਿਟਰ ਕਹਿ ਦਿੰਦੇ ਹਾਂ। ਤਾਂ ਹੁਣ ਇਹ ਕੀ ਹੈ, ਕਿਉਂਕਿ ਕਨਸੈਂਟਰੇਸ਼ਨ ਹੈ ਜਿਹੜੀ ਹਾਰਮੋਨ ਦੀ ਉਹ ਕੀ ਹੋ ਗਈ, ਜ਼ਿਆਦਾ ਹੋ ਗਈ। ਜ਼ਿਆਦਾ ਹੋਣ ਨਾਲ ਵੀ ਸਾਨੂੰ ਨੁਕਸਾਨ ਹੈ ਤੇ ਘੱਟ ਹੋਣ ਨਾਲ ਵੀ ਨੁਕਸਾਨ ਹੈ। ਤਾਂ ਇਹ ਜਾਂ ਤਾਂ ਡਿਸਆਰਡਰ ਬਣ ਜੂਗੀ ਤੇ ਜਾਂ ਫਿਰ ਡਿਸੀਜ਼ ਬਣ ਜੂਗੀ। ਪਰ ਐਂਜ਼ਾਈਮ ਨੇ ਜਿਹੜੇ, ਐਂਜ਼ਾਈਮ ਦੀ ਮਾਤਰਾ ਵਧਣ ਘਟਣ ਨਾਲ ਸਾਡੇ ਸਰੀਰ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ। ਥੋੜਾ ਬਹੁਤ ਇਹ ਹੋ ਸਕਦਾ ਹੈ ਕਿ ਜਦੋਂ ਤੁਸੀਂ ਖਾਣਾ ਖਾਧਾ ਤੁਹਾਨੂੰ ਥੋੜਾ ਲੇਟ ਹਜ਼ਮ ਆਵੇ, ਪਰ ਕਿਸੇ ਤਰ੍ਹਾਂ ਦੀ ਜਿਹੜੀ ਕ੍ਰੋਨਿਕ ਡਿਸੀਜ਼ ਹੈ, ਜਿਹੜੀ ਡਿਸੀਜ਼ ਇਹ ਦੇ ਸਕਦੇ ਨੇ, ਉਨੀ ਭੈੜੀ ਡਿਸੀਜ਼ ਜਾਂ ਉਨੀ ਡੇਂਜਰਸ ਡਿਸੀਜ਼, ਸੀਵੀਅਰ ਡਿਸੀਜ਼ ਨਹੀਂ ਦੇ ਸਕਦੀਆਂ ਇਹ ਗਲੈਂਡਸ। ਐਗਜ਼ਾਮਪਲ ਲੈ ਲੈਂਦੇ ਹਾਂ ਜੀ, ਐਂਡੋਕਰਾਈਨ ਨੇ ਜਿਹੜੀਆਂ, ਜਿਵੇਂ ਪਿਟਿਊਟਰੀ ਗਲੈਂਡ ਹੋ ਗਈ, ਪਿਟਿਊਟਰੀ ਗਲੈਂਡ ਹੈ ਜਿਹੜੀ ਸਾਡੀ ਬੈਸਟ ਐਗਜ਼ਾਮਪਲ ਹੈਗੀ ਹੈ। ਥਾਇਰਾਇਡ ਗਲੈਂਡ ਹੈਗੀ ਹੈ ਸਾਡੀ, ਤੇ ਇਸ ਤੋਂ ਬਿਨਾਂ ਪੀਨੀਅਲ ਗਲੈਂਡ ਹੈਗੀ ਹੈ, ਥਾਈਮਸ ਗਲੈਂਡ ਹੈਗੀਆਂ। ਬਹੁਤ ਸਾਰੀਆਂ ਗਲੈਂਡਸ ਨੇ ਜਿਹੜੀਆਂ ਐਂਡੋਕਰਾਈਨ ਦੇ ਵਿੱਚ ਫੋਲ ਕਰਦੀਆਂ ਨੇ। ਐਕਸੋਕਰਾਈਨ ਦੇ ਵਿੱਚ ਸਾਡੀਆਂ, ਜਿਹਨੂੰ ਅਸੀਂ ਸੈਲੀਵਰੀ ਗਲੈਂਡਸ ਕਹਿ ਦਿੰਦੇ ਹਾਂ, ਇਹ ਤਾਂ ਸਾਡੀਆਂ ਆਉਂਦੀਆਂ ਨੇ ਜੀ ਸੈਲੀਵਰੀ ਗਲੈਂਡਸ, ਜਿਹੜੀਆਂ ਸਾਡੇ ਮੂੰਹ ਦੇ ਵਿੱਚ ਹੁੰਦੀਆਂ ਨੇ। ਤਾਂ ਜਿਹੜੀਆਂ ਸਾਡੇ ਮੂੰਹ ਦੇ ਵਿੱਚ ਗਲੈਂਡਸ ਹੁੰਦੀਆਂ ਨੇ ਉਹ ਲਗਾਤਾਰ ਜਿਹੜਾ ਸਲਾਈਵਾ, ਜਿਹੜਾ ਮਿਊਕਸ ਹੈਗਾ, ਛੱਡਦੀਆਂ ਰਹਿੰਦੀਆਂ ਨੇ। ਤਾਂ ਇਹ ਮਿਊਕਸ ਜਿਹੜਾ ਛੱਡਦੀਆਂ ਨੇ ਉਹ ਨਲੀ ਦੇ ਰਾਹੀਂ ਛੱਡਦੀਆਂ ਨੇ। ਦੂਸਰੀਆਂ ਗਲੈਂਡ ਸਾਡੇ ਹੁੰਦੀਆਂ ਨੇ ਜੀ ਲੈਕਰੀਮਲ,
ਲੈਕਰੀਮਲ ਗਲੈਂਡਸ ਹੁੰਦੀਆਂ ਨੇ ਸਾਡੀਆਂ, ਜਿਹੜੀਆਂ ਸਾਡੇ ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ ਤਾਂ ਉਹ ਵੀ ਕਿਸੇ ਬਲੱਡ ਦੇ ਰਾਹੀਂ ਨਹੀਂ ਆਉਂਦੇ, ਪਾਈਪ ਦੇ ਰਾਹੀਂ ਬਾਹਰ ਆਉਂਦੇ ਨੇ, ਤੇ ਉਹ ਵੀ ਇੱਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ। ਤਾਂ ਇਹ ਵੀ ਕੀ ਹੈ, ਇੱਕ ਤਰ੍ਹਾਂ ਦੀ ਡਕਟ ਗਲੈਂਡ ਹੈਗੀ ਹੈ। ਇਸ ਤੋਂ ਬਿਨਾਂ ਇੱਕ ਹੁੰਦੇ ਨੇ ਸਾਡੇ ਸਵੈਟ ਗਲੈਂਡਸ। ਸਾਨੂੰ ਸਾਰਿਆਂ ਨੂੰ ਪਸੀਨਾ ਵੀ ਆਉਂਦਾ, ਜਦੋਂ ਸਾਨੂੰ ਸਾਰਿਆਂ ਨੂੰ ਪਸੀਨਾ ਆਉਂਦਾ ਤਾਂ ਪਸੀਨਾ ਸਾਡੇ ਡਕਟ ਦੇ ਰਾਹੀਂ, ਨਲੀਆਂ ਦੇ ਰਾਹੀਂ, ਸਕਿਨ ਦੇ ਰਾਹੀਂ ਬਾਹਰ ਕੱਢਿਆ ਜਾਂਦਾ। ਤਾਂ ਇਹ ਗਲੈਂਡ ਸਾਡੇ ਸਰੀਰ 'ਚ ਹੈਗੇ ਨੇ, ਜਿਹੜੀਆਂ ਪਾਈਪ ਦੇ ਰਾਹੀਂ, ਨਾਲੀ ਦੇ ਰਾਹੀਂ ਆਪਣੇ ਹਾਰਮੋਨ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਂਦੀਆਂ ਨੇ, ਜਾਂ ਜਿਹੜੇ ਵੀ ਨਾਨ ਹਾਰਮੋਨ ਪ੍ਰੋਡਕਟ ਨੇ ਉਹਨਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਪਹੁੰਚਾਉਂਦੀਆਂ ਨੇ। ਇਧਰ ਪਿਟਿਊਟਰੀ ਗਲੈਂਡ ਹੋ ਗਈ, ਥਾਈਮਸ ਗਲੈਂਡ ਹੋ ਗਈ, ਹਾਈਪੋਥੈਲਮਸ ਹੋ ਗਿਆ, ਹਾਈਪੋਥੈਲਮਸ ਗਲੈਂਡ ਹੋ ਗਈ, ਥਾਇਰਾਇਡ, ਪੈਰਾਥਾਇਰਾਇਡ ਹੋ ਗਈ, ਐਡਰਨਲ ਗਲੈਂਡ ਹੋ ਗਈ। ਇਹ ਸਾਰੀਆਂ ਕੀ ਨੇ, ਐਂਡੋਕਰਾਈਨ ਗਲੈਂਡਸ ਹੈਗੀਆਂ ਨੇ। ਤਾਂ ਇਹ ਆਪਣਾ ਜਿਹੜਾ ਮੈਸੇਜ ਪਹੁੰਚਾਉਣਾ ਇਹਨਾਂ ਨੇ, ਇਹ ਡਾਇਰੈਕਟਲੀ ਖੂਨ ਦੇ ਵਿੱਚ ਆਪਣਾ ਪ੍ਰੋਡਕਟ ਛੱਡ ਕੇ ਫਿਰ ਆਪਣਾ ਮੈਸੇਜ ਪਹੁੰਚਾਉਂਦੀਆਂ ਨੇ। ਜੇਕਰ ਅਸੀਂ ਗੱਲ ਕਰੀਏ ਤਾਂ ਇੱਕ ਸਿਰਫ ਸਾਡੇ ਕੋਲ ਹੈਗੀ ਹੈ ਪੈਨਕ੍ਰੀਆਸ। ਸਾਡੇ ਕੋਲ ਸਿਰਫ ਇੱਕ ਗਲੈਂਡ ਇਹੋ ਜਿਹੀ ਹੈ ਜਿਹੜੀ ਦੋਨੇ ਤਰ੍ਹਾਂ ਦੇ ਕੰਮ ਕਰਦੀ ਹੈ, ਐਂਡੋਕਰਾਈਨ ਦਾ ਕੰਮ ਵੀ ਕਰਦੀ ਹੈ ਐਸ ਵੈਲ ਐਸ ਐਕਸੋਕਰਾਈਨ ਦਾ ਕੰਮ ਵੀ ਕਰਦੀ ਹੈ। ਇਹਨੂੰ ਕਹਿੰਦੇ ਅਸੀਂ ਪੈਨਕ੍ਰੀਆਸ। ਤਾਂ ਪੈਨਕ੍ਰੀਆਸ ਜਿਵੇਂ ਇਹਨਾਂ ਨੇ ਇਹਦੇ ਵਿੱਚ ਇਨਸੂਲਿਨ ਹੈਗਾ, ਗਲੂਕਾਗੋਨ ਹੈਗਾ, ਤਾਂ ਇਹਦੇ ਵਿੱਚ ਹਾਰਮੋਨ ਹੈਗੇ ਨੇ। ਇਸ ਤੋਂ ਬਿਨਾਂ ਪੈਨਕ੍ਰੀਆਟਿਕ ਜੂਸਿਸ ਹੈਗੇ ਨੇ। ਤਾਂ ਇਹਨਾਂ ਦੇ ਵਿੱਚੋਂ ਕੁਝ ਪ੍ਰੋਡਕਟ ਨੇ ਜਿਹੜੇ ਪੈਨਕ੍ਰੀਆਸ ਡਾਇਰੈਕਟਲੀ ਡਾਈਜੈਸਟਿਵ ਸਿਸਟਮ ਦੇ ਵਿੱਚ ਛੱਡ ਦਿੰਦੀ ਹੈ ਜਾਂ ਪਾਈਪ ਦੇ ਰਾਹੀਂ ਛੱਡ ਦਿੰਦੀ ਹੈ, ਤੇ ਕੁਝ ਐਂਜ਼ਾਈਮ ਜਿਵੇਂ ਇਨਸੂਲਿਨ ਨੇ ਇਹਨਾਂ ਨੂੰ ਇਹ ਸਾਡੇ ਬਲੱਡ ਦੇ ਵਿੱਚ ਛੱਡਦੀ ਹੈ, ਉਹ ਵਿਦਆਊਟ ਡਕਟ ਛੱਡਦੀ ਹੈ। ਤਾਂ ਇੱਕੋ ਇੱਕ ਇਹੋ ਜਿਹੀ ਗਲੈਂਡ ਸਾਡੇ ਸਰੀਰ ਦੇ ਵਿੱਚ ਹੈਗੀ ਹੈ ਪੈਨਕ੍ਰੀਆਸ, ਜਿਹੜੀ ਐਂਡੋਕਰਾਈਨ ਵੀ ਹੈ ਤੇ ਐਕਸੋਕਰਾਈਨ ਵੀ ਹੈ। ਕਈ ਵਾਰ ਇਹ ਸਵਾਲ ਪੁੱਛ ਲਿਆ ਜਾਂਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਕਿਹੜੀ ਗਲੈਂਡ ਇਹੋ ਜਿਹੀ ਗਲੈਂਡ ਹੈ ਜਿਹੜੀ ਦੋਨੇ ਤਰ੍ਹਾਂ ਦੇ ਕੰਮ ਕਰਦੀ ਹੈ, ਐਂਡੋਕਰਾਈਨ ਦਾ ਕੰਮ ਵੀ ਕਰਦੀ ਹੈ ਤੇ ਐਕਸੋਕਰਾਈਨ ਦਾ ਵੀ। ਤਾਂ ਇੱਕੋ ਇੱਕ ਗਲੈਂਡ ਹੈਗੀ ਹੈ ਜੀ ਪੈਨਕ੍ਰੀਆਸ। ਤਾਂ ਇੱਥੋਂ ਤੱਕ ਆਪਾਂ ਨੇ ਕੀਤਾ ਸੀਗਾ ਕਿ ਸਾਡੇ ਸਰੀਰ ਦੀ ਇੱਕ 12 ਪ੍ਰਣਾਲੀਆਂ ਦੇ ਵਿੱਚੋਂ ਪ੍ਰਣਾਲੀ ਹੈਗੀ ਹੈ ਗ੍ਰੰਥੀ ਪ੍ਰਣਾਲੀ, ਯਾਨੀ ਕਿ ਇੱਕ ਇਹੋ ਜਿਹੀ ਪ੍ਰਣਾਲੀ ਜਿਹੜੀ ਸਾਡੇ ਸਰੀਰ ਦੇ ਵਿੱਚ ਰਸ ਹੈ ਜਿਹੜੇ ਉਹ ਛੱਡਦੀ ਹੈ। ਇਹਨੂੰ ਅਸੀਂ 3 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਐਂਡੋਕਰਾਈਨ, ਐਕਸੋਕਰਾਈਨ ਤੇ ਐਂਡੋ ਐਕਸੋਕਰਾਈਨ। ਤਾਂ ਐਂਡੋਕਰਾਈਨ ਬਾਰੇ ਆਪਾਂ ਪੜ੍ਹ ਲਿਆ ਕਿ ਬੇਸਿਕਲੀ ਇਹਦੇ ਵਿੱਚ ਇੱਕ ਤਾਂ ਡਕਟਰੀ ਯੂਜ਼ ਹੁੰਦਾ, ਦੂਸਰਾ ਇਹ ਖੂਨ ਦੇ ਰਾਹੀਂ ਆਪਣਾ ਸੁਨੇਹਾ ਪਹੁੰਚਾਉਂਦੇ ਨੇ, ਤੀਸਰਾ ਇਹ ਹਾਰਮੋਨ ਪ੍ਰੋਡਿਊਸ ਕਰਦੇ ਨੇ। ਇਹਨਾਂ ਦੇ ਵਧਣ ਘਟਣ ਨਾਲ ਸਰੀਰ ਦੇ ਵਿੱਚ ਕੀ ਹੋ ਸਕਦਾ ਹੈ, ਸਾਨੂੰ ਕੋਈ ਡਿਸਆਰਡਰ ਜਾਂ ਡਿਸੀਜ਼ ਹੋ ਸਕਦੀ ਹੈ। ਐਕਸੋਕਰਾਈਨ ਦੇ ਵਿੱਚ ਆ ਜਾਂਦੇ ਨੇ ਜੀ ਡਕਟ ਗਲੈਂਡਸ ਆ ਜਾਂਦੇ ਨੇ, ਜਦੋਂ ਇੱਕ ਪਾਈਪ ਦੇ ਰਾਹੀਂ ਜਿਹੜਾ ਸੁਨੇਹਾ ਹੈ ਉਹ ਸਾਹਮਣੇ ਵਾਲੇ ਅੰਗ ਤੱਕ ਪਹੁੰਚਾਇਆ ਜਾਂਦਾ। ਤਾਂ ਇਹਦੇ ਵਿੱਚ ਜਿਹੜਾ ਸਾਡਾ ਬਲੱਡ ਦਾ ਕੋਈ ਰੋਲ ਨਹੀਂ ਹੈਗਾ, ਬਲੱਡ ਦੇ ਵਿੱਚ ਕੋਈ ਵੀ ਸੁਨੇਹਾ ਨਹੀਂ ਛੱਡਿਆ ਜਾਂਦਾ। ਇਹਨਾਂ ਦੀ ਮਾਤਰਾ ਘਟਣ ਜਾਂ ਵਧਣ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਥੋੜੇ ਜਿਹੜੇ ਸਾਡੀਆਂ ਕੈਮੀਕਲ ਰਿਐਕਸ਼ਨਸ ਨੇ ਥੋੜ੍ਹੀਆਂ ਬਹੁਤ ਸਲੋ ਹੋ ਸਕਦੀਆਂ ਨੇ। ਇਹਨਾਂ ਦੀ ਐਗਜ਼ਾਮਪਲ ਹੈ ਜਿਹੜੀ ਸਲਾਈਵਰ ਗਲੈਂਡਸ ਹੈਗੀਆਂ ਨੇ, ਜਿਹੜੇ ਸਾਡੇ ਸਲਾਈਵਾ ਮੂੰਹ ਦੇ ਵਿੱਚ ਛੱਡਦੀਆਂ ਨੇ। ਲੈਕਰੀਮਲ ਗਲੈਂਡਸ ਸਾਡੇ ਅਥਰੂ ਆਉਂਦੇ ਨੇ। ਸਵੈਟ ਗਲੈਂਡ ਸਾਨੂੰ ਪਸੀਨਾ ਆਉਂਦਾ ਹੈ। ਐਂਡੋ ਐਕਸੋਕਰਾਈਨ ਹੋ ਗਿਆ, ਜਿਹੜੇ ਦੇ ਵਿੱਚ ਦੋਨੇ ਤਰ੍ਹਾਂ ਦੇ ਕੰਮ ਹੁੰਦੇ ਨੇ, ਮਿਕਸਡ ਗਲੈਂਡ ਵੀ ਕਹਿ ਦਿੰਦੇ ਆ। ਤਾਂ ਇਹ ਸਾਰੇ ਤਰ੍ਹਾਂ ਦੇ ਕੰਮ ਕਰਦੇ ਨੇ। ਇੱਕੋ ਇੱਕ ਗਲੈਂਡ ਸਾਡੇ ਸਰੀਰ ਦੇ ਵਿੱਚ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਆ ਪੈਨਕ੍ਰੀਆਸ ਗਲੈਂਡ। ਤਾਂ ਪੈਨਕ੍ਰੀਆਸ ਗਲੈਂਡ ਹੈ ਜਿਹੜੀ ਉਹ ਡਕਟ ਦੇ ਰਾਹੀਂ ਵੀ ਸਾਡੇ ਸਰੀਰ ਦੇ ਵਿੱਚ ਆਪਣੇ ਹਾਰਮੋਨ ਛੱਡਦੀ ਹੈ, ਤੇ ਡਕਟ ਤੋਂ ਬਿਨਾਂ ਵੀ ਨਾਨ ਹਾਰਮੋਨਿਕ ਪ੍ਰੋਡਕਟ ਨੇ ਜਿਹੜੇ ਉਹ ਛੱਡਦੀ ਹੈ। ਤਾਂ ਅੱਗੇ ਆਪਾਂ ਦੇਖਾਂਗੇ ਕਿ ਸਾਡੇ ਸਰੀਰ ਦੇ ਵਿੱਚ ਜੀ ਗਲੈਂਡਸ ਕਿਹੜੀਆਂ ਪਾਈਆਂ ਜਾਂਦੀਆਂ ਨੇ। ਨੈਕਸਟ ਅਸੀਂ ਦੇਖਾਂਗੇ ਜੀ ਗਲੈਂਡਸ ਬੇਸਿਕਲੀ ਕਿਹਨੂੰ ਕਿਹਾ ਜਾਂਦਾ। ਸਾਡੇ ਸਰੀਰ ਦੇ ਵਿੱਚ ਕੋਈ ਵੀ ਇਹੋ ਜਿਹਾ ਅੰਗ ਜਾਂ ਕੋਈ ਵੀ ਇਹੋ ਜਿਹਾ ਛੋਟਾ ਜਿਹਾ ਕੋਈ ਸਟਰਕਚਰ ਹੈ ਨਾ, ਜਿਹੜਾ ਕਿਸੇ ਵੀ ਚੀਜ਼ ਨੂੰ ਸਾਡੇ ਸਰੀਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਦਰਵ ਰਿਲੀਜ਼ ਕਰ ਰਿਹਾ ਹੈ। ਸਾਡੇ ਅੰਦਰ ਕੋਈ ਵੀ ਚੀਜ਼ ਜੇ ਦਰਵ ਰਿਲੀਜ਼ ਕਰ ਰਹੀ ਹੈ ਕਿਸੇ ਤਰ੍ਹਾਂ ਦਾ, ਉਹਨੂੰ ਅਸੀਂ ਕੀ ਕਹਿ ਦਿੰਦੇ ਆ, ਉਹਨੂੰ ਅਸੀਂ ਗ੍ਰੰਥੀ ਕਹਿ ਦਿੰਦੇ ਆ। ਤਾਂ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਅੰਗ ਹੈਗੇ ਨੇ, ਕਈਆਂ ਨੂੰ ਅਸੀਂ ਗ੍ਰੰਥੀ ਨਹੀਂ ਵੀ ਮੰਨਦੇ। ਸਾਡਾ ਹਾਰਟ ਹੈ ਜਿਹੜਾ, ਇਹ ਵੀ ਕੁਝ ਤਰ੍ਹਾਂ ਦੇ ਹਾਰਮੋਨ ਹੈ ਜਿਹੜਾ ਪ੍ਰੋਡਿਊਸ ਕਰਦਾ, ਪਰ ਹਾਲੇ ਤੱਕ ਹੋ ਸਕਦਾ ਅਸੀਂ ਨਾ ਪੜ੍ਹਿਆ ਹੋਵੇ ਕਿ ਹਾਰਟ ਹੈ ਜਿਹੜਾ ਉਹ ਵੀ ਹਾਰਮੋਨ ਰਿਲੀਜ਼ ਕਰਦਾ। ਸਾਡੀ ਕਿਡਨੀ ਹੈਗੀ ਹੈ, ਸਾਡਾ ਲੀਵਰ ਹੈਗਾ। ਤਾਂ ਬਹੁਤ ਸਾਰੀ ਸਾਡੇ ਸਰੀਰ ਦੇ ਵਿੱਚ ਚੀਜ਼ਾਂ ਨੂੰ ਸੀਕ੍ਰੇਟ ਕਰਨ ਦਾ ਕੰਮ ਕਰਦੇ ਨੇ। ਤਾਂ ਹੁਣ ਜੇਕਰ ਅਸੀਂ ਲਿਸਟ ਬਣਾਉਣੀ ਸ਼ੁਰੂ ਕਰੀਏ ਸਾਡੇ ਸਿਰ ਤੋਂ, ਤਾਂ ਸਭ ਤੋਂ ਪਹਿਲਾਂ ਜਿਹੜੀ ਗਲੈਂਡ ਆਉਂਦੀ ਹੈ ਜੀ ਉਹ ਆਉਂਦੀ ਹੈ ਹਾਈਪੋਥੈਲਮਸ। ਸਭ ਤੋਂ ਪਹਿਲੀ ਗਲੈਂਡ ਜਿਹੜੀ ਸਾਡੇ ਕੋਲ ਆਉਂਦੀ ਹੈ ਜੀ ਉਹ ਆਉਂਦੀ ਹੈ ਹਾਈਪੋਥੈਲਮਸ। ਹਾਈਪੋਥੈਲਮਸ ਦੇ ਨਾਲ ਹੀ ਸਾਡੇ ਕੋਲ ਆਉਂਦੀ ਹੈ ਜੀ ਪਿਟਿਊਟਰੀ ਗਲੈਂਡ।
ਇਹ ਕੱਲੀ ਗਲੈਂਡ ਅਸੀਂ ਡਿਟੇਲ ਦੇ ਵਿੱਚ ਪੜਾਂਗੇ, ਸਾਰੀਆਂ ਗਲੈਂਡਸ ਕੀ ਕੰਮ ਹੈਗੇ ਨੇ ਇਹਨਾਂ ਦੇ। ਤਾਂ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜਸਟ ਇਹੀ ਪੜਾਂਗੇ ਕਿ ਕਿਹੜੀਆਂ ਗਲੈਂਡਸ ਹੁੰਦੀਆਂ ਨੇ। ਫਿਰ ਅੱਗੇ ਅਸੀਂ ਪੜਾਂਗੇ, ਕੋਸ਼ਿਸ਼ ਕਰਾਂਗੇ ਇੱਕ ਲੈਕਚਰ ਦੇ ਵਿੱਚ ਆਪਾਂ 2 ਜਾਂ 3 ਗਲੈਂਡ ਕਵਰ ਕਰ ਲਵਾਂਗੇ ਕਿ ਕਿਹੜੀ ਗਲੈਂਡ ਹੈ ਜਿਹੜੀ ਉਹ ਕਿਹੜਾ ਹਾਰਮੋਨ ਰਿਲੀਜ਼ ਕਰਦੀ ਹੈ। ਤਾਂ ਪਿਟਿਊਟਰੀ ਗਲੈਂਡ ਹੋ ਗਈ ਜੀ। ਪਿਟਿਊਟਰੀ ਗਲੈਂਡ ਨੂੰ ਅਸੀਂ ਮਾਸਟਰ ਗਲੈਂਡ ਵੀ ਕਹਿ ਦਿੰਦੇ ਆ। ਇਹਨਾਂ ਦੇ ਅਦਰ ਨਾਮਸ ਹੋਰ ਕਿਹੜੇ ਹੈਗੇ ਨੇ ਉਹ ਅਸੀਂ ਹਾਈਪੋਫਿਸਿਸ ਵੀ ਕਹਿ ਦਿੰਦੇ ਆ ਪਿਟਿਊਟਰੀ ਗਲੈਂਡ ਨੂੰ, ਪਰ ਇਹਨਾਂ ਦੇ ਡਿਟੇਲ ਦੇ ਵਿੱਚ ਅਸੀਂ ਬਾਅਦ ਦੇ ਵਿੱਚ ਪੜਾਂਗੇ। ਉਸ ਤੋਂ ਬਾਅਦ ਜੀ ਪੀਨੀਅਲ ਗਲੈਂਡ ਆ ਗਈ। ਪੀਨੀਅਲ ਗਲੈਂਡ ਤੋਂ ਬਾਅਦ ਸਾਡੇ ਕੋਲ ਆ ਗਈ ਜੀ ਥਾਇਰਾਇਡ ਗਲੈਂਡ। ਥਾਇਰਾਇਡ ਗਲੈਂਡ ਤੋਂ ਬਾਅਦ ਸਾਡੇ ਕੋਲ ਆ ਗਈ ਜੀ ਪੈਰਾਥਾਇਰਾਇਡ। ਪੈਰਾਥਾਇਰਾਇਡ ਤੋਂ ਬਾਅਦ ਸਾਡੇ ਕੋਲ ਆ ਗਈ ਜੀ ਥਾਈਮਸ। ਥਾਈਮਸ ਗਲੈਂਡ ਤੋਂ ਬਾਅਦ ਸਾਡੇ ਕੋਲ ਆ ਗਈਆਂ ਕਿਡਨੀਜ਼। ਕਿਡਨੀਜ਼ ਦੇ ਉੱਪਰ ਹੀ ਹੁੰਦੀਆਂ ਨੇ ਜੀ ਐਡਰੀਨਲ ਗਲੈਂਡਸ। ਇਹ ਵੀ ਅੱਗੇ ਪੜਾਂਗੇ, 2 ਤਰ੍ਹਾਂ ਦੇ ਹੁੰਦੇ ਨੇ, ਐਡਰਨਲ ਮੈਡੂਲਾ ਐਂਡ ਐਡਰਨਲ ਕੋਰਟੈਕਸ। ਅੱਗੇ ਸਾਡੇ ਕੋਲ ਆ ਗਈਆਂ ਜੀ ਲੀਵਰ ਆ ਗਿਆ, ਸਾਡਾ ਹਾਰਟ ਆ ਗਿਆ। ਇਸ ਤੋਂ ਬਾਅਦ ਸਾਡੀਆਂ ਗਲੈਂਡਸ ਆ ਜਾਂਦੀਆਂ ਨੇ ਜੀ ਜਿਨ੍ਹਾਂ ਨੂੰ ਅਸੀਂ ਸੈਕਸ ਗਲੈਂਡ ਵੀ ਕਹਿ ਦਿੰਦੇ ਆ ਜਾਂ ਰੀਪਰੋਡਕਟਿਵ ਸਿਸਟਮ ਦੀਆਂ ਗਲੈਂਡਸ ਕਹਿ ਦਿੰਦੇ ਆ। ਇਹ ਸਾਡੇ ਕੋਲੇ ਜਿਹੜੀਆਂ ਬੰਦਿਆਂ ਦੇ ਵਿੱਚ ਇਹਨਾਂ ਨੂੰ ਬੇਸਿਕਲੀ ਗੋਨੈਡ ਗਲੈਂਡਸ ਕਹਿੰਦੇ ਨੇ। ਗੋਨੈਡ ਗਲੈਂਡਸ ਨੇ ਜਿਹੜੇ ਹਿਊਮਨ ਦੇ ਵਿੱਚ ਪਾਏ ਜਾਂਦੇ ਨੇ ਉਹ ਟੈਸਟਿਸ ਹੁੰਦੇ ਨੇ, ਤੇ ਜਿਹੜੀਆਂ ਫੀਮੇਲ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹ ਓਵੇਰੀਸ ਕਹਿੰਦੇ ਅਸੀਂ। ਟੈਸਟਿਸ ਐਂਡ ਓਵੇਰੀਸ ਇਹਦੇ ਸਬ ਪਾਰਟ ਹੈਗੇ ਨੇ, ਉਹ ਅਸੀਂ ਅੱਗੇ ਪੜਾਂਗੇ। ਉਸ ਤੋਂ ਬਾਅਦ ਆ ਗਿਆ ਜੀ ਸਾਡੇ ਕੋਲੇ ਪੈਨਕ੍ਰੀਆਸ ਆ ਗਈ ਸਾਡੇ ਕੋਲ। ਇਸ ਤੋਂ ਬਾਅਦ ਲਗਭਗ ਜਿਹੜੀਆਂ ਇਹ ਗਲੈਂਡਸ ਨੇ ਸਾਡੀਆਂ ਸਾਰੀਆਂ ਹਾਈਪੋਥੈਲਮਸ ਹੋ ਗਿਆ, ਪਿਟਿਊਟਰੀ ਗਲੈਂਡ ਹੋ ਗਿਆ, ਪੀਨੀਅਲ ਹੋ ਗਿਆ, ਥਾਇਰਾਇਡ ਹੋ ਗਿਆ, ਪੈਰਾਥਾਇਰਾਇਡ ਗਲੈਂਡ ਹੋ ਗਿਆ, ਥਾਈਮਸ ਗਲੈਂਡ, ਕਿਡਨੀਜ਼, ਐਡਰਨਲ ਗਲੈਂਡ ਹੋ ਗਈਆਂ, ਲੀਵਰ ਹੋ ਗਿਆ, ਹਾਰਟ ਹੋ ਗਿਆ, ਗੋਨੈਡ ਗਲੈਂਡ ਸਾਡੀਆਂ ਸੈਕਸ ਗਲੈਂਡਸ ਹੋ ਗਈਆਂ, ਓਵੇਰੀਜ਼ ਐਂਡ ਟੈਸਟਿਸ, ਤੇ ਇੱਕ ਹੋ ਗਈ ਪੈਨਕ੍ਰੀਆਸ। ਤਾਂ ਇਹ ਟੋਟਲ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਗਲੈਂਡਸ ਨੇ ਪਾਈਆਂ ਜਾਂਦੀਆਂ ਨੇ। ਇਹ ਵੱਖਰੇ ਤਰ੍ਹਾਂ ਦੇ ਹਾਰਮੋਨਸ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਪ੍ਰੋਡਿਊਸ ਕਰਦੇ ਨੇ, ਤੇ ਉਹਨਾਂ ਸਾਰਿਆਂ ਦੇ ਅਲੱਗ ਕੰਮ ਹੈਗੇ ਨੇ। ਹਾਈਪੋਥੈਲਮਸ ਸਭ ਤੋਂ ਪਹਿਲਾਂ ਐਕਟਿਵ ਕਰਨ ਦਾ ਕੰਮ ਕਰਦਾ ਹੈ ਜੀ ਪਿਟਿਊਟਰੀ ਗਲੈਂਡ ਨੂੰ। ਇਹ ਗਲੈਂਡ ਨੂੰ ਅਸੀਂ ਕਹਿੰਦੇ ਆ ਮਾਸਟਰ ਗਲੈਂਡ। ਇਸ ਗਲੈਂਡ ਨੂੰ ਅਸੀਂ ਸਾਡੇ ਸਰੀਰ ਦੀ ਮਾਸਟਰ ਗਲੈਂਡ ਕਹਿੰਦੇ ਆ। ਬਿਲਕੁਲ ਬਹੁਤ ਛੋਟੀ ਮਟਰ ਦੇ ਦਾਣੇ ਜਿਹੜੀ ਇੱਕ ਗ੍ਰੰਥੀ ਹੁੰਦੀ ਹੈ ਸਾਡੇ ਬ੍ਰੇਨ ਦੇ ਕੋਲ, ਤੇ ਬਾਕੀ ਜਿੰਨੀਆਂ ਸਾਰੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਇਹ ਕੰਟਰੋਲ ਕਰਦੀ ਹੈ। ਇਹਨੂੰ ਕੰਟਰੋਲ ਕਰਦਾ ਹੈ ਹਾਈਪੋਥੈਲਮਸ, ਤੇ ਜਿਹੜੀਆਂ ਇਹ ਸਾਰੀਆਂ ਗਲੈਂਡਸ ਰਹਿ ਗਈਆਂ ਜੀ ਇਹਨਾਂ ਨੂੰ ਕੰਟਰੋਲ ਕੌਣ ਕਰਦਾ? ਪਿਟਿਊਟਰੀ ਗਲੈਂਡ। ਇਹ ਧਿਆਨ 'ਚ ਰੱਖਿਓ, ਪਿਟਿਊਟਰੀ ਗਲੈਂਡ ਨੂੰ ਮਾਸਟਰ ਗਲੈਂਡ ਕਿਉਂ ਕਿਹਾ ਜਾਂਦਾ ਹੈ? ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹ ਸਾਡੇ ਸਰੀਰ ਦੀਆਂ ਬਾਕੀ ਸਾਰੀਆਂ ਜਿਹੜੀਆਂ ਗ੍ਰੰਥੀਆਂ ਹੈਗੀਆਂ ਨੇ, ਬਾਕੀ ਸਾਰੀ ਜਿਹੜੀਆਂ ਗਲੈਂਡਸ ਹੈਗੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਤੇ ਉਹਨਾਂ ਨੂੰ ਕੋਆਰਡੀਨੇਟ ਕਰਨ ਦਾ ਕੰਮ ਕੌਣ ਕਰਦੀ ਹੈ? ਪਿਟਿਊਟਰੀ ਗਲੈਂਡ ਕਰਦੀ ਹੈ। ਇਹਦਾ ਇੱਕ ਦੂਸਰਾ ਨਾਮ ਹੈਗਾ ਜੀ ਹਾਈਪੋਫਿਸਿਸ। ਇਹਨੂੰ ਅਸੀਂ ਦੂਸਰਾ ਨਾਮ ਕੀ ਦੇ ਦਿੰਦੇ ਆ? ਹਾਈਪੋਫਿਸਿਸ। ਬੇਸਿਕਲੀ ਇਹਦੇ 2 ਪਾਰਟ ਹੁੰਦੇ ਨੇ, ਇੱਕ ਹੁੰਦਾ ਹੈ ਐਂਟੀਰੀਅਰ, ਇੱਕ ਹੁੰਦਾ ਹੈ ਪੋਸਟੀਰੀਅਰ ਪਾਰਟ। ਐਂਟੀਰੀਅਰ ਪਾਰਟ ਹੈ ਜਿਹੜਾ ਅਸੀਂ ਇਹਨੂੰ ਆਡੀਨੋ ਹਾਈਪੋਫਿਸਿਸ ਕਹਿੰਦੇ ਆ, ਤੇ ਇਹਨੂੰ ਅਸੀਂ ਕਹਿੰਦੇ ਆ ਜੀ ਨਿਊਰੋ ਹਾਈਪੋਫਿਸਿਸ। ਤਾਂ ਇਹ ਪਿਟਿਊਟਰੀ ਗਲੈਂਡ ਦਾ ਦੂਸਰਾ ਨਾਮ ਹੈ। ਤੇ ਇਹਨੂੰ ਅਸੀਂ ਹੋਰ ਕੀ ਕਹਿ ਦਿੰਦੇ ਆ? ਮਾਸਟਰ ਗਲੈਂਡ। ਮਾਸਟਰ ਗਲੈਂਡ ਦੀ ਮੈਂ ਗੱਲ ਦੱਸਦੀ ਕਿਉਂ ਕਹਿੰਦੇ ਆ, ਕਿਉਂਕਿ ਇਹ ਸਾਡੇ ਸਰੀਰ ਦੀਆਂ ਬਾਕੀ ਸਾਰੀਆਂ ਗ੍ਰੰਥੀਆਂ ਨੂੰ ਕੰਟਰੋਲ ਕਰਦੀ ਹੈ। ਤਾਂ ਚਲੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਜੀ। ਆਪਾਂ ਨੇ ਹੁਣ ਤੱਕ ਜਿਹੜੀਆਂ ਚੀਜ਼ਾਂ ਡਿਸਕਸ ਕੀਤੀਆਂ ਨੇ, ਇੱਕ ਤਾਂ ਇਹ ਡਿਸਕਸ ਕੀਤਾ ਕਿ ਜਿਹੜੀਆਂ ਗ੍ਰੰਥੀਆਂ ਵਾਲਾ ਪ੍ਰਣਾਲੀ ਹੈਗੀ ਆ ਸਾਡੇ ਸਰੀਰ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਕਰਦੀ ਆ। ਬੇਸਿਕਲੀ ਗ੍ਰੰਥੀਆਂ ਨੂੰ ਅਸੀਂ 3 ਕੈਟਾਗਰੀਜ਼ ਦੇ ਵਿੱਚ ਰੱਖ ਸਕਦੇ ਹਾਂ। ਇੱਕ ਜਿਹੜੀਆਂ
ਐਂਡੋਕਰਾਈਨ ਦੇ ਵਿੱਚ ਆਉਂਦੀਆਂ ਨੇ, ਯਾਨੀ ਕਿ ਜਿਹੜੀਆਂ ਨਲੀ ਰਹਿਤ ਨੇ, ਇੱਕ ਐਗਜ਼ੋਕਰਾਈਨ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਨਲੀਦਾਰ ਨੇ, ਇੱਕ ਐਂਡੋ ਐਗਜ਼ੋਕਰਾਈਨ ਯਾਨੀ ਕਿ ਦੋਨਾਂ ਦਾ ਕੰਬੀਨੇਸ਼ਨ ਜਾਂ ਮਿਕਸ ਗਲੈਂਡ ਆ ਗਈਆਂ ਜਿਨ੍ਹਾਂ ਦੇ ਵਿੱਚ ਨਲੀ ਪਾਈਪ ਹੁੰਦੀ ਵੀ ਹੈ ਤੇ ਨਹੀਂ ਵੀ ਹੁੰਦੀ। ਤੇ ਉਸ ਤੋਂ ਬਾਅਦ ਇਹ ਤਿੰਨਾਂ ਦੇ ਜਿਹੜੇ ਵੱਖੋ ਵੱਖਰੇ ਕੰਮ ਸੀ ਉਹ ਆਪਾਂ ਡਿਸਕਸ ਕਰ ਲਏ ਸੀ। ਜਿਹੜਾ ਮੇਨ ਟਾਰਗੇਟ ਸਾਡਾ ਪੜ੍ਹਨਾ ਹੈਗਾ ਉਹ ਹੈਗਾ ਕਿ ਸਾਡੇ ਸਰੀਰ ਦੇ ਵਿੱਚ ਕਿਹੜੀਆਂ-ਕਿਹੜੀਆਂ ਗ੍ਰੰਥੀਆਂ ਨੇ, ਇਹ ਕਿੱਥੇ-ਕਿੱਥੇ ਪਾਈਆਂ ਜਾਂਦੀਆਂ ਨੇ। ਜਿਵੇਂ ਹਾਈਪੋਥੈਲਮਸ ਪਾਰਟ ਹੈ ਜਿਹੜਾ ਇਹ ਸਾਡੇ ਬ੍ਰੇਨ ਦੇ ਵਿੱਚ ਹੈਗਾ ਵੀ, ਪਿਟਿਊਟਰੀ ਗਲੈਂਡ ਇਹ ਵੀ ਸਾਡੇ ਬ੍ਰੇਨ ਦੇ ਨਜ਼ਦੀਕ ਪਾਈ ਜਾਂਦੀ ਹੈ, ਪੀਨੀਅਲ ਗਲੈਂਡ ਵੀ ਉੱਥੇ ਪਾਈ ਜਾਂਦੀ ਹੈ, ਥਾਇਰਾਇਡ ਗਲੈਂਡ ਸਾਡੇ ਗਲੇ ਦੇ ਵਿੱਚ ਪਾਈ ਜਾਂਦੀ ਹੈ, ਪੈਰਾਥਾਇਰਾਇਡ, ਇਸੇ ਨੂੰ ਬਟਰਫਲਾਈ ਗਲੈਂਡ ਵੀ ਕਹਿੰਦੇ ਨੇ, ਤਾਂ ਇਹਦੀ ਸ਼ੇਪ ਬਟਰਫਲਾਈ ਵਰਗੀ ਹੁੰਦੀ ਹੈ। ਇਸੇ ਦੇ ਉੱਪਰ ਪੈਰਾਥਾਇਰਾਇਡ ਗਲੈਂਡਸ ਨੇ ਜਿਹੜੀਆਂ ਪਾਈਆਂ ਜਾਂਦੀਆਂ ਨੇ। ਇਹ ਗਿਣਤੀ ਦੇ ਵਿੱਚ 4 ਹੁੰਦੀਆਂ ਨੇ ਪੈਰਾਥਾਈਰਸ ਗਲੈਂਡ। ਥਾਈਮਸ ਗਲੈਂਡ ਹੈ ਜਿਹੜੀ ਸਾਡੇ ਸਟਰਨਮ ਦੇ ਕੋਲ ਪਾਈ ਜਾਂਦੀ ਹੈ ਜੀ, ਇਹ ਇੱਕ ਹੁੰਦੀ ਹੈ ਗਿਣਤੀ ਦੇ ਵਿੱਚ। ਕਿਡਨੀਆਂ ਸਾਡੇ ਸਰੀਰ ਦੇ ਵਿੱਚ 2 ਨੇ, ਅਡਰਨਲ ਗਲੈਂਡਸ ਨੇ ਜਿਹੜੀਆਂ, ਇੱਕ ਕਿਡਨੀ ਦੇ ਉੱਪਰ ਇੱਕ ਗਲੈਂਡ ਹੁੰਦੀ ਹੈ, 2 ਕਿਡਨੀਜ਼ ਨੇ ਤਾਂ ਇਹ ਵੀ 2 ਗਲੈਂਡਸ ਹੋ ਗਈਆਂ। ਲੀਵਰ ਸਾਡੇ 'ਚ ਇੱਕ ਹੁੰਦਾ ਜੀ, ਹਾਰਟ ਸਾਡੇ 'ਚ ਇੱਕ ਹੁੰਦਾ ਹੈ। ਗੋਨੈਡ ਗਲੈਂਡਸ ਹੈਗੇ ਨੇ ਜਿਹੜੀਆਂ, ਇਹਨਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਸੀ, ਇੱਕ ਸਾਡੇ ਟੈਸਟਿਸ ਹੈਗੇ ਨੇ ਤੇ ਦੂਸਰੇ ਪਾਸੇ ਓਵੇਰਿਸ ਹੈਗੇ ਨੇ। 2 ਹੀ ਟੈਸਟਿਸ ਹੁੰਦੇ ਨੇ ਤੇ 2 ਹੀ ਓਵੇਰਿਸ ਹੁੰਦੀਆਂ ਨੇ। ਇਸ ਤੋਂ ਬਾਅਦ ਪੈਨਕ੍ਰੀਆਸ ਹੈ ਜਿਹੜੀ, ਇਹ ਸਾਡੇ ਸਰੀਰ ਦੇ ਵਿੱਚ ਗਿਣਤੀ ਦੇ ਵਿੱਚ ਇੱਕ ਹੁੰਦੀ ਹੈ। ਤਾਂ ਇਹਨਾਂ ਦੇ ਜੀ ਅੱਗੇ ਲੈਕਚਰ ਦੇ ਵਿੱਚ ਅਸੀਂ 2 ਜਾਂ 3 ਗਲੈਂਡਸ ਤੇ ਦੇਖਾਂਗੇ ਕਿ ਕਿਹੜੇ-ਕਿਹੜੇ ਹਾਰਮੋਨ ਪ੍ਰੋਡਿਊਸ ਕਰਦੀਆਂ ਨੇ, ਸਾਡੇ ਸਰੀਰ ਦੇ ਵਿੱਚ ਲੋਕੇਸ਼ਨ ਕਿੱਥੇ ਹੈਗੀ ਇਹਨਾਂ ਦੀ, ਤੇ ਮੋਸਟ ਇੰਪੋਰਟੈਂਟ ਸਾਡੇ ਸਰੀਰ ਦੇ ਵਿੱਚ ਇਹਨਾਂ ਦਾ ਕੀ ਕੰਮ ਹੈਗਾ। ਇੱਥੋਂ ਤੱਕ ਜੇ ਕਿਸੇ ਦੀ ਕੋਈ ਕੁਐਰੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਅੱਜ ਦੇ ਲੈਕਚਰ ਲਈ ਇੰਨਾ ਹੀ, ਧੰਨਵਾਦ।